Hi guys, my name is Rupinder Kaur and इस lesson ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ IELTS listening ਦੇ MCQ questions ਨੂੰ ਕਿਸ ਤਰ੍ਹਾਂ ਤੁਸੀਂ easily solve ਕਰ ਸਕਦੇ ਹੋ। No doubt ਉਹ ਥੋੜੇ tough ਹੁੰਦੇ ਨੇ because of some reasons ਜੋ ਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੀ ਹਾਂ and you can cater with that problems very easily if you will be following these strategies. So starting with the lesson, why are these difficult? Why the MCQ questions are difficult? So first reason is because of the long text. Yes, there are questions and 3 to 4 answers, so this is the reason it is very difficult to read that question completely and to understand the meaning of such questions. ਤੇ ਜਦੋਂ ਅਸੀਂ ਸੁਣਦੇ ਹਾਂ ਫਿਰ obviously ਜਦੋਂ meaning ਨਹੀਂ ਸਮਝ ਆਇਆ ਹੁੰਦਾ ਸਾਨੂੰ answer ਵੀ ਜੋ ਹੈ ਗਲਤ ਹੋ ਜਾਂਦਾ। Next thing is synonyms. Synonyms use ਕੀਤੇ ਹੁੰਦੇ ਨੇ ਉਹਦੇ ਵਿੱਚ this is the other cause ਸਾਡੇ MCQs ਗਲਤ ਹੋਣ ਦਾ। Synonyms ਅਸੀਂ ਸਿਰਫ ਉਹ words ਨੂੰ ਹੀ ਦੇਖਦੇ ਹਾਂ ਜੋ questions ਦੇ ਵਿੱਚ ਦਿੱਤੇ ਹੁੰਦੇ ਨੇ but ਇਹ ਸਿਮਿਲਰ ਮੀਨਿੰਗ ਵਾਲੇ ਵਰਡਸ ਨੂੰ ਅਸੀਂ ਸੁਣਦੇ ਹੀ ਨਹੀਂ। ਵੀ ਆਰ ਆਲਵੇਜ਼ ਸਟਕ ਟੂ ਕਿ ਹਾਂ ਅਗਰ ਇਹ ਇੰਪੋਰਟੈਂਟ ਲਿਖਿਆ ਮੈਨੂੰ ਇੰਪੋਰਟੈਂਟ ਵਰਡ ਹੀ ਚਾਹੀਦਾ। ਵੀ ਨੈਵਰ ਗੋ ਫॉर ਕਿ ਹਾਂ ਇਸ ਦੇ ਅਦਰ ਮੀਨਿੰਗ ਕ੍ਰੂਸ਼ੀਅਲ ਐਸੈਂਸ਼ੀਅਲ ਸਿਗਨੀਫੀਕੈਂਟ ਵੀ ਹੋ ਸਕਦੇ ਨੇ। ਸੋ ਇਹ ਵੀ ਇੱਕ ਕਾਰਨ ਹੈ ਕਿ ਜੋ ਸਾਡੇ MCQs ਆ ਗਲਤ ਹੋ ਜਾਂਦੇ ਆ। ਥਰਡ ਇਜ਼ ਮੈਨੀ ਆਪਸ਼ਨਸ ਆਰ ਅਵੇਲੇਬਲ। ਯੈਸ ਸਾਡੇ ਕੋਲ 3 to 4 ਆਨਸਰਸ ਅਵੇਲੇਬਲ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਜਦੋਂ ਅੰਡਰਸਟੈਂਡ ਕਰਦੇ ਹਾਂ ਪਲੱਸ ਨਾਲ ਦੀ ਨਾਲ ਆਡੀਓ ਵੀ ਚੱਲ ਰਹੀ ਹੁੰਦੀ ਹੈ। ਸੋ ਇਟ ਇਜ਼ ਵੈਰੀ ਡਿਫਿਕਲਟ ਟੂ ਫਾਈਂਡ ਆਊਟ ਦ ਕਰੈਕਟ ਆਂਸਰ ਆਊਟ ਆਫ ਦ 3 or 4 choices. Fourth is they do not follow the same order. Yes, sequence ਜਾਂ pattern ਜੋ ਸਾਨੂੰ ਆਪਸ਼ਨਸ ਦੇ ਵਿੱਚ ਦਿੱਤਾ ਹੁੰਦਾ ਉਹ ਸੇਮ ਆਡੀਓ ਦੇ ਵਿੱਚ ਫੋਲੋ ਨਹੀਂ ਹੁੰਦਾ। ਸੋ ਜੋ ਨੀਚੇ ਦਿੱਤਾ ਹੁੰਦਾ ਸਮਟਾਈਮਸ ਉਹ ਉਹਨੂੰ ਫਸਟ ਆਪਸ਼ਨ ਹੀ ਬੋਲ ਦਿੰਦੇ ਆ ਅਤੇ ਬਾਕੀ ਆਪਸ਼ਨਸ ਨੂੰ ਥੋੜ੍ਹਾ ਰੀਆਰਡਰਿੰਗ ਕਰਕੇ ਬੋਲਦੇ ਆ ਐਂਡ ਦੇਅਰ ਆਰ ਚਾਂਸਿਸ ਕਿ ਕਈ ਵਾਰ ਉਹ ਕਿਸੇ ਇੱਕ ਪਰਟੀਕੂਲਰ ਆਪਸ਼ਨ ਨੂੰ ਬੋਲਦੇ ਹੀ ਨਹੀਂ। So these are 4 main things that you need to consider if your MCQs are getting wrong. ਜੇ ਤੁਸੀਂ ਇਹਨਾਂ ਚਾਰੋਂ ਆਪਸ਼ਨਸ 'ਤੇ ਵਰਕ ਕਰ ਲੈਂਦੇ ਹੋ ਤਾਂ ਡੈਫੀਨੇਟਲੀ ਤੁਹਾਡੇ MCQs ਹੈ ਜੋ ਉਹ ਗਲਤ ਨਹੀਂ ਹੋਣਗੇ ਐਂਡ ਯੂ ਵੁੱਡ ਬੀ ਏਬਲ ਟੂ ਸਕੋਰ ਹਾਈ ਇਨ ਯੋਰ IELTS listening. And this is the solution what you could do to cater with these difficulties. First is use the time breaks that are given to you in the IELTS listening test. ਸਾਨੂੰ ਪਹਿਲਾਂ ਤੇ ਬਾਅਦ 2 ਟਾਈਮ ਤੇ ਟਾਈਮ ਬ੍ਰੇਕਸ ਮਿਲਦੇ ਨੇ। ਪਹਿਲਾ ਹੁੰਦਾ ਕਿ ਤੁਸੀਂ ਕੁਐਸਚਨਸ ਨੂੰ ਰੀਡ ਕਰ ਲਓ। ਸੈਕਿੰਡ ਇਜ਼ ਕਿ ਜੋ ਤੁਸੀਂ ਆਨਸਰਸ ਲਿਖ ਲਏ ਆ ਉਹਨਾਂ ਨੂੰ ਆਨਸਰ ਸ਼ੀਟ ਦੇ ਉੱਪਰ ਟ੍ਰਾਂਸਫਰ ਕਰ ਦਿਓ। ਸੋ ਉਹ ਜੋ ਟ੍ਰਾਂਸਫਰ ਕਰਨ ਵਾਲਾ ਟਾਈਮ ਹੁੰਦਾ ਉਹਨੂੰ ਤੁਸੀਂ MCQs ਕੁਐਸਚਨਸ 'ਤੇ ਯੂਟੀਲਾਈਜ਼ ਕਰੋ। ਪਹਿਲਾਂ ਹੀ ਚੈੱਕ ਕਰ ਲਓ ਕਿ ਕਿਹੜੇ ਸੈਕਸ਼ਨ ਦੇ ਵਿੱਚ ਤੁਹਾਨੂੰ MCQ ਕੁਐਸਚਨਸ ਦਿੱਤੇ ਹੋਏ ਆ ਸੋ ਦੈਟ ਤੁਸੀਂ ਕੁਇਕਲੀ ਜੰਪ ਔਨ ਕਰ ਜਾਓ ਉਸ ਪੇਜ ਦੇ ਉੱਪਰ ਐਂਡ ਰੀਡ ਆਊਟ ਕਰ ਲਓ ਆਪਣੇ 3 to 4 ਜਿੰਨੇ ਵੀ ਤੁਹਾਡੇ ਤੋਂ ਉਸ ਟਾਈਮ ਦੇ ਵਿੱਚ MCQs ਰੀਡ ਹੋ ਰਹੇ ਆ। ਅਦਰ ਥਿੰਗ ਇਜ਼ ਅੰਡਰਲਾਈਨ ਕੀਵਰਡਸ ਸਪੈਸ਼ਲੀ ਦ ਨਾਊਨਸ। ਹੁਣ ਕੀਵਰਡਸ ਬਹੁਤ ਕਾਮਨ ਵਰਡਸ ਨਹੀਂ ਹੁੰਦੇ ਇਹ ਹਮੇਸ਼ਾ ਅਨਕਾਮਨ ਵਰਡਸ ਹੁੰਦੇ ਆ। ਲੈਟਸ ਸੇ ਕੋਈ ਨੇਮ ਹੋ ਸਕਦਾ ਕੋਈ ਨੰਬਰ ਕੋਈ ਟਾਈਮ ਔਰ ਨਾਊਨ ਵੈਰੀ ਸਿੰਪਲ ਨਾਊਨ ਦੇਖੋ ਐਂਡ ਗੋ ਫॉर ਇਟ। ਜੋ ਕਾਮਨ ਵਰਡਸ ਹੁੰਦੇ ਨੇ ਵਾਟ ਹਾਊ ਇਹਨਾਂ ਨੂੰ ਤੁਸੀਂ ਯੂਜ਼ ਨਹੀਂ ਕਰਨਾ। ਜਾਂ ਸਪੋਜ਼ ਅਗਰ ਫੋਰੈਸਟ ਟੂ ਲੈ ਕੇ ਲਿਸਨਿੰਗ ਹੈ ਸੋ ਓਬਵੀਅਸਲੀ ਫੋਰੈਸਟ ਜੋ ਹੈ ਮਲਟੀਪਲ ਟਾਈਮਸ ਆਏਗਾ ਸੋ ਉਹ ਸਾਡਾ ਕੀਵਰਡ ਨਹੀਂ ਬਣੇਗਾ। ਐਂਡ ਥਰਡ ਇਜ਼ ਲਿਸਨ ਫॉर synonyms ਐਂਡ ਸਿਮਿਲਰ ਕੀਵਰਡਸ। ਜਿੱਦਾਂ ਮੈਂ ਤੁਹਾਨੂੰ ਇੱਥੇ ਕਿਹਾ ਕਿ synonyms ਯੂਜ਼ ਕਰ ਲੈਂਦੇ ਅਸੀਂ ਨਹੀਂ ਸੁਣਦੇ। ਸੋ ਹੇਅਰ ਵਾਟ ਵੀ ਹੈਵ ਟੂ ਡੂ ਇਜ਼ ਵੀ ਨੀਡ ਟੂ ਲਿਸਨ ਫॉर ਦ synonyms or the words which have similar meaning as we have marked in our question. ਸੋ ਇਹ ਚੀਜ਼ ਹੈ ਜੋ ਸਾਡੇ ਸਕੋਰਸ ਨੂੰ ਜੇ ਸਪੋਜ਼ 35 ਨੇ 40 ਲੈ ਜਾ ਸਕਦੀ ਹੈ। ਜੇ ਤੁਹਾਡੇ MCQs ਗਲਤ ਹੋ ਸਕਦੇ ਆ ਪ੍ਰੈਕਟਿਸ ਕਰੋ ਇਸ ਤਰੀਕੇ ਨਾਲ 2 to 3 ਟਾਈਮਸ ਬਿਲੀਵ ਮੀ ਤੁਹਾਡੇ MCQs ਹੈ ਜੋ ਉਹ ਗਲਤ ਨਹੀਂ ਹੋਣਗੇ। ਐਂਡ ਮਾਰਕ ਕਰਨਾ ਕਦੇ ਵੀ ਨਾ ਭੁੱਲੋ। ਇਫ ਯੂ ਹੈਵ ਸਮਥਿੰਗ ਅੰਡਰਲਾਈਨ ਤੁਹਾਡੇ ਦਿਮਾਗ 'ਚ ਰਹੂਗਾ
एंड जो थोड़ी ऑडियो प्ले होंदी है तो तुसी ओनू सुन के एंड सही आंसर मार्क कर सकते हो। सो नॉट लीविंग हेयर विद दिस वीडियो बट येस नाउ वी आर मूविंग ऑन टू द प्रैक्टिस क्वेश्चंस। कुछ प्रैक्टिस क्वेश्चंस मैं थोड़े लिए इस वीडियो के विच रखे MCQs के कैम्ब्रिज की बुक्स के विचों। सो आप देखते हैं कि वो किस तरह पैराफ्रेजिंग यूज़ करते हैं लिसनिंग के विच ते किस तरह असी सही आंसर नू फाइंड आउट कर सकते हैं। Here is the IELTS listening practice test from Cambridge 14 test 2. I have taken some MCQs 11 to 15 मैं MCQs ले ले दे तो जिन्हां दी आपां प्रैक्टिस करांगे एज पर द स्ट्रैटेजी जो मैं तुहानूं दसी आ। पहला असी की करना क्वेश्चंस नू स्प्लिट करके रीड कर लेना मीनस जो जो मेन वर्ड्स दिख रहे हैं सानू जां जो नाउन्स मिल रहे हैं उन्हां नू अंडरलाइन करांगे। सो ये क्वेश्चंस ने जिन्हां दे कीवर्ड्स नू अंडरलाइन करके असी लिसनिंग जदों साडी ऑडियो प्ले होएगी उदों सुनना है वो पर्टिकुलर वर्ड्स नू अपने करैक्ट आंसर लई। एंड ए कुछ कीवर्ड्स में ऑलरेडी मार्क करके रखे हुए ने जिन्होंने मैं एक बार रीड आउट करने जा रही हूँ। 11th क्वेश्चन इज बिफोर क्वीन एलिजाबेथ I विजिटेड द कैसल इन 1576। हुण मेरे को इन्ना कुछ सुनन दा एंड रीड करन दा उत्थे टाइम नहीं होगा सो मैं की कीता बिफोर जरूरी सी बिकॉज एक पर्टिकुलर टाइम स्पैन सानू 1576 दिता होया है। सो ध्यान रखना पऊगा कि पर्टिकुलर उस टाइम की गल है या बाद दी है या बिफोर आ। सो इसलिए मैं बिफोर नू एक बार मार्क किया होया। दैन क्वीन एलिजाबेथ I नू कीता, कैसल की गल हुई है कैसल नू मार्क किया एंड 1576। फिर हुण 3 ऑप्शंस दिते हुए एक दे विच की है रिपेयर की गल हुई है गेस्ट रूम्स की। सो मैं उन्हां नू एक बार ध्यान च रखूंगी। सो आई हैव मार्क दैट। फिर बी ऑप्शंस दे विच सानू न्यू बिल्डिंग की गल की गई है कंस्ट्रक्ट होने की। सो इनू मैं न्यू बिल्डिंग एंड कंस्ट्रक्टेड नू मार्क किया। दैन फॉर द सी ऑप्शन इहदे विच आ फायर डैमेज्ड किनू किता मेन हॉल नू या किस चीज़ नू वो असी नाल दी नाल भी सुन सकते हैं बट पर्टिकुलरली वर्ड जिहड़ा साडे माइंड च स्ट्राइक करे दैट शुड बी आ फायर डैमेज्ड। सो ये 3 मेन चीज़ां ने जिहदे विच अलग अलग चीज़ां नू मैं मार्क किया। लाइक पहला रिपेयर की गल हुई है फिर कंस्ट्रक्शन की गल हुई है न्यू एंड दैन फायर डैमेज की गल हुई है। मूविंग टू क्वेश्चन 12 दैन मैं ईयर मार्क किया। हमेशा ध्यान रखो कि नंबर्स एंड नाउन्स जिहड़े भी वर्ड्स होंदे कोई नेम होंदा स्पैसिफिकली ओनू असी मार्क करना ही होंदा। सो हेयर आई हैव मार्क्ड इन 1982 कैसल की गल हुई है कैसल नू अंडरलाइन किया। दैन सोल्ड कोई चीज़ बेची गई है इस चीज़ का ध्यान रखना सी। दैन 3 पर्टिकुलर कीवर्ड्स ABC ऑप्शंस दे विच मैं मार्क किए हैं। फर्स्ट इज गवर्नमेंट, सेकेंड इज फैनस फैमिली, थर्ड इज एंटरटेनमेंट कंपनी। हुण तीनों डिफरेंट ने साडे माइंड च स्ट्राइक करूगा कि हाँ ये तिन्नां दे विचों किस चीज़ नू या केड़ी कंपनी नू या केड़ी ऑर्गेनाइजेशन नू जिहड़ी बिल्डिंग है या जिहड़ा कैसल है वो सोल्ड आउट किया गया। मूविंग टू क्वेश्चन 13 इहदे विच हुण क्या गया इन सम ऑफ द रूम्स विजिटर्स कैन। सो मैं सम रूम्स नू मार्क किया एंड विजिटर्स नू बिकॉज केड़ी किस नू परमिशन या ना परमिशन की गल होएगी सो चीज़ मार्क करनी है। दैन A B and C ऑप्शंस दे विचों देखो असी केड़े वर्ड्स मार्क करने हैं। मेनली फर्स्ट इज स्पीक टू एक्सपर्ट्स। जदों ही साडे ऑडियो दे विच वर्ड आउणगे कि एक्सपर्ट्स नाल गल कर रहे या किसी होर नाल तां साडे माइंड च अगली चीज़ स्ट्राइक होएगी कि हिस्टरी बारे या किसी होर चीज़ बारे। सो मैं मार्क किया बेसिकली स्पीक टू एक्सपर्ट्स एंड हिस्टरी। बी ऑप्शन दे लिए मैं इंटरैक्ट विद एक्टर्स किया। पूरा मैं इसलिए नहीं किया कि जो इंटरैक्ट विद एक्टर्स आ गया जां कोई भी आर्टिस्ट की गल होगी सो असी अगली चीज़ नू ध्यान रखांगे ही रखांगे बट फस्ट ऑफ ऑल सानू की इंटरैक्ट विद एक्टर्स आना ही आना चाहिए। सो इस चीज़ नू मैं मार्क किया होया। सी दे लई सी मॉडल्स ऑफ हिस्टोरिकल फिगर्स मूविंग एंड टॉकिंग। हुण वो फिगर्स किहो जिहियां भी हो सकदियां ने सो इसलिए मैं पर्टिकुलरली सी मॉडल्स के नाल नाल मूविंग एंड टॉकिंग भी किया मार्क। फॉर द क्वेश्चन 14 इहदे विच सानू क्या गया इन द कैसल पार्क विजिटर्स कैन। हुण अगेन ऊपर सब रूम्स की गल हुई सी इत्थे कैसल पार्क की गल हुई है एंड विजिटर्स।
ਸੋ ਇਹਦੇ ਵਿੱਚ ਮੈਂ 2-3 ਕੀਵਰਡਸ ਜੋ ਹੈ ਮਾਰਕ ਕਰ ਲਿਆ, ਕੈਸਲ ਪਾਰਕ ਐਂਡ ਵਿਜ਼ਿਟਰਸ। ਆਪਸ਼ਨਸ ਦੇ ਲਈ A, B and C, ਇਹਦੇ ਵਿੱਚ ਆਪਾਂ ਕੀਤਾ C and 800 year old tree। ਹੁਣ ਦੇਖ ਸਕਦੇ ਨੇ ਉਹ 800 year old tree, ਬਟ ਮੇਨਲੀ ਮੈਂ ਕੀ ਕੀਤਾ 800 year old tree ਨੂੰ ਮਾਰਕ ਕਰ ਲਿਆ। ਫਿਰ ਉਹਦੇ ਨਾਲ ਕਰਨਗੇ ਕਿ ਉਹ ਅਸੀਂ ਐਟ ਦ ਟਾਈਮ ਸੁਣ ਲਾਂਗੇ। then for B option, go to an art exhibition। so particularly ਮੈਂ art exhibition ਨੂੰ ਹੀ ਮਾਰਕ ਕੀਤਾ ਇਹਦੇ ਵਿੱਚ। C option ਦੇ ਲਈ visit to a small zoo। so small zoo ਸਾਡੇ ਲਈ keyword ਕਾਫੀ ਹੈ। for the question 15, at the end of the visit the group will have। ਹੁਣ visit ਖਤਮ ਹੋ ਰਿਹਾ, ਸੋ ਸਿਰਫ end ਜਾਂ end of the visit keyword ਕਾਫੀ ਹੈ। and the group ਮਤਲਬ any number of people ਜਾਂ visitors ਜਿਹੜੇ ਨੇ ਉਹ। ਸੋ ਮੈਂ ਇਹਦੇ ਵਿੱਚ end of the visit and group ਨੂੰ underline ਕੀਤਾ। for the option ਇਹਦੇ ਵਿੱਚ ਮੈਂ particularly ਕੀ ਕੀਤਾ ਹੈ, afternoon tea ਦੀ ਗੱਲ ਕੀਤੀ ਹੈ। ਸਿਰਫ ਇੰਨਾ ਹੀ ਬਹੁਤ ਹੈ। ਇਸ ਤੋਂ ਬਾਅਦ ਜੇ ਆਫਟਰਨੂਨ ਟੀ ਕਿਸੇ ਹੋਰ ਪਲੇਸ ਦੀ ਉਹ ਗੱਲ ਕਰਨਗੇ ਤਾਂ ਆਪਾਂ ਉਹ ਚੀਜ਼ ਨੂੰ ਸੁਣ ਸਕਦੇ ਹਾਂ, ਬਟ ਜੇ ਆਫਟਰਨੂਨ ਟੀ ਹੀ ਨਾ ਹੋਇਆ, ਹੁਣ ਉਹ ਕਿਸੇ ਹੋਰ 'ਚ ਹੈ ਨਹੀਂ, ਸੋ ਪਿੱਛੇ ਵਾਲੀ ਚੀਜ਼ ਜੋ ਹੈ ਉਹਨੂੰ ਮਾਰਕ ਕਰਨ ਦਾ ਕੋਈ ਆਈਡੀਆ ਨਹੀਂ ਆ। ਦੈਨ ਆਫਟਰਨੂਨ ਟੀ ਇਹਦੇ ਲਈ ਕੀਵਰਡ ਜੋ ਹੈ ਉਹ ਇਨਫ ਹੈ। ਬੀ ਦੇ ਵਿੱਚ ਅਸੀਂ ਦੇਖਾਂਗੇ ਦ ਚਾਂਸ ਟੂ ਮੀਟ ਦ ਕੈਸਲਸ ਓਨਰਸ। ਸੋ ਇਹ ਕੋਈ ਮਤਲਬ ਓਨਰ ਜਾਂ ਕੁਝ ਕਿਸੇ ਨੂੰ ਹੋਰ ਤੋਂ ਸਿੰਪਲੀ ਅਸੀਂ ਰੱਖਾਂਗੇ ਇਹਨੂੰ ਚਾਂਸ ਟੂ ਮੀਟ। ਫਿਰ ਉਹ ਕਿਹਦੇ ਨਾਲ ਮਿਲਦੇ ਆ ਉਹ ਡਿਪੈਂਡ ਕਰੂਗਾ, ਬਿਕੋਜ਼ ਅਗੇਨ ਅਦਰਵਾਈਜ਼ ਕੋਈ ਹੋਰ ਸਿਮਿਲਰ ਆਪਸ਼ਨ ਸਾਡੇ ਕੋਲ ਹੈਗਾ ਨਹੀਂ ਹੈ ਇਹਦੇ ਨਾਲ। ਦੈਨ ਫॉर द C ਆਪਸ਼ਨ ਆ ਫੋਟੋਗ੍ਰਾਫ, ਸਿਰਫ ਅਸੀਂ ਫੋਟੋਗ੍ਰਾਫ ਦੀ ਹੀ ਗੱਲ ਕਰਾਂਗੇ, ਮੇਨਲੀ ਪਹਿਲਾਂ ਉਹਨੂੰ ਹੀ ਸੁਣਾਂਗੇ ਕਿਉਂਕਿ ਉਹ ਕਿਹਦੇ ਨਾਲ ਫੋਟੋ ਕਰਾ ਰਹੇ ਨੇ ਉਹ ਬਾਅਦ ਦੀ ਗੱਲ ਆ। ਪਹਿਲਾਂ ਫੋਟੋਗ੍ਰਾਫ ਬਾਰੇ ਗੱਲ ਕਰਨ ਇਸ ਚੀਜ਼, ਬਿਕੋਜ਼ A and B ਦੇ ਵਿੱਚ ਅਗੇਨ ਫੋਟੋਗ੍ਰਾਫ ਦਾ ਕੋਈ ਜ਼ਿਕਰ ਨਹੀਂ ਹੈ। ਹੁਣ ਇਹ ਕੁਝ ਕੀਵਰਡਸ ਨੇ ਜਿਨ੍ਹਾਂ ਨੂੰ ਮੈਂ ਮਾਰਕ ਕਰਕੇ ਰੱਖਿਆ ਹੋਇਆ ਫਟਾਫਟ, ਜਿਨ੍ਹਾਂ ਤੋਂ ਮੈਨੂੰ ਸਿਰਫ ਆਨਸਰ ਦੀ ਅੰਡਰਸਟੈਂਡਿੰਗ ਹੋ ਜਾਏਗੀ ਕਿ ਹਾਂ ਇਹ ਇੱਕ ਕਰੈਕਟ ਆਨਸਰ ਹੋ ਸਕਦਾ ਜਾਂ ਇਹ ਮੇਰਾ ਆਨਸਰ ਨਹੀਂ ਹੋਊਗਾ। ਹੁਣ ਆਪਣੀ ਜੋ ਆਡੀਓ ਆ ਉਹ ਪਲੇ ਕਰਨ ਜਾ ਰਹੀ ਹੈ। 11 to 15 ਜਿਹੜੇ ਕੀਵਰਡਸ ਆ ਇਹਨਾਂ ਲਈ ਜੋ ਤੁਹਾਡੇ MCQs ਨੇ, ਇਹਨਾਂ ਦੇ ਲਈ ਤੁਸੀਂ ਆਡੀਓ ਲਿਸਨ ਕਰੋ, ਦੈਨ ਉਸ ਤੋਂ ਬਾਅਦ ਦੇਖਿਓ ਅਕੋਰਡਿੰਗ ਟੂ ਥੀਸ ਕੀਵਰਡਸ ਤੁਹਾਡੇ ਕਿੰਨੇ MCQs ਹੈ ਜੋ ਕਰੈਕਟ ਹੋਣੇ ਚਾਹੀਦੇ ਆ। ਬਿਲੀਵ ਮੀ, ਜੇ ਤੁਸੀਂ ਪ੍ਰੋਪਰਲੀ ਆਪਣੇ ਕੀਵਰਡਸ ਨੂੰ ਮਾਰਕ ਕਰਦੇ ਹੋ ਤਾਂ ਤੁਹਾਡਾ ਇੱਕ ਵੀ MCQ ਗਲਤ ਨਹੀਂ ਹੋਣਾ ਚਾਹੀਦਾ। ਐਂਡ ਲਿਸਨਿੰਗ ਕਰਨ ਤੋਂ ਬਾਅਦ ਮੈਂ ਤੁਹਾਨੂੰ ਜੋ ਇਹਦੀ ਟੇਪ ਸਕ੍ਰਿਪਟ ਹੈ ਉਹਨੂੰ ਇਹਨਾਂ ਕੀਵਰਡਸ ਦੇ ਅਕੋਰਡਿੰਗਲੀ ਮੈਂ ਦੱਸੂਗੀ ਕਿ ਕਿੱਦਾਂ ਅਸੀਂ ਫਾਈਂਡ ਆਊਟ ਕਰਨਾ ਸੀ ਆਡੀਓ ਸੁਣਦੇ ਹੋਏ ਜਿਹੜੇ ਆਨਸਰਸ ਨੇ ਐਸ ਪਰ ਦਾ ਕੀਵਰਡਸ। Now listen carefully and answer questions 11 to 15. However, when Queen Elizabeth I announced that she was going to visit the castle in 1576, it was beginning to look a bit run down. And it was decided that rather than repair the guest rooms, they'd make a new house for her out of wood next to the main hall. She stayed there for 4 nights, and apparently it was very luxurious. But unfortunately it was destroyed a few years later by fire. In the 17th century, the castle belonged to the wealthy Fennis family, who enlarged it and made it more comfortable. However, by 1982, the Fennis family could no longer afford to maintain the castle, even though they received government support, and they put it on the market. It was eventually taken over by a company who owned a number of amusement parks. But when we get there, I think you'll see that they've managed to retain the original atmosphere of the castle. When you go inside, you'll find that in the staterooms, there are lifelike moving wax models dressed in costumes of different periods in the past, which even carry on conversations together. As well as that, in every room, there are booklets giving information about what the room was used for and the history of the objects and furniture it contains. The castle park's quite extensive. At one time, sheep were kept there, and in the 19th century the owners had a little zoo with animals like rabbits and even a baby elephant. Nowadays the old zoo buildings are used for public displays of paintings and sculpture. The park also has some beautiful trees, though the oldest of all, which dated back 800 years, was sadly blown down in 1987. Now, you're free to wander around on your own until 4:30,
But then, at the end of our visit, we'll all meet together at the bottom of the great staircase. We'll then go on to the long gallery, where there's a wonderful collection of photographs showing the family who owned the castle 100 years ago having tea and cakes in the conservatory. And we'll then take you to the same place, where afternoon tea will be served to you. So this is the end of your listening for the MCQs 11 to 15. ਹੁਣ ਆਪਾਂ ਆਨਸਰਸ ਮੈਚ ਕਰਾਂਗੇ ਆਪਣੇ ਟੇਪ ਸਕ੍ਰਿਪਟ ਦੇ ਨਾਲ ਇੱਕ ਐਸ ਪਰ ਦਾ ਕੀਵਰਡਸ ਜਿਹੜੇ ਅਸੀਂ ਮਾਰਕ ਕੀਤੇ ਕਿ ਸਾਡੇ ਆਨਸਰ ਸਹੀ ਹੋ ਰਹੇ ਆ ਜਾਂ ਗਲਤ ਹੋ ਰਹੇ ਆ ਸੋ ਫਸਟ ਆਫ ਆਲ ਫਸਟ ਸਾਡਾ 11th ਕੁਐਸਚਨ ਜੋ ਹੈ ਇਹਦੇ ਵਿੱਚ ਅਸੀਂ ਬਿਫੋਰ ਕੁਈਨ ਐਲਿਜ਼ਾਬੈਥ 1 ਕੈਸਲ ਇਨ 1576 ਇਹ ਕੁਝ ਵਰਡ ਸੀ ਜੋ ਕੁਐਸਚਨ ਦੇ ਅੰਡਰਲਾਈਨ ਕੀਤੇ ਦੈਨ ਫॉर ਦਾ ਚੋਇਸਸ ਅਸੀਂ ਰਿਪੇਅਰਸ ਗੈਸਟ ਰੂਮ new building constructed, a fire damaged. ਇਹ ਕੁਝ words ਨੇ ਹੁਣ ਆਪਾਂ ਇਸ particular passage ਤੇ ਜਾਂਦੇ ਹਾਂ ਜੋ audio ਦੇ ਵਿੱਚ ਸਾਨੂੰ ਇਸ question ਦੇ ਲਈ ਆਇਆ ਸੀ let's see ਕਿ ਅਸੀਂ ਕਿਹੜਾ answer ਕਿਹੜੇ keywords ਦੇ according mark ਕੀਤਾ so here is the passage however when Queen Elizabeth I announced that she was going to visit the castle in 1576 ਦੇਖੋ ਇਹਦੇ ਵਿੱਚ ਸਾਨੂੰ Queen Elizabeth I ਮਿਲ ਗਿਆ कैसल 1576 मिल गया साडे क्वेश्चन दे दो कीवर्ड सानू मिल गए नाउ हुण आंसर देखदे हां असी it was beginning to look a bit run down and it was decided to rather than repair the guest room मतलब guest room ਨੂੰ repair नहीं कीता they would make a new house for her नवा घर ਉਹਦੇ ਲਈ ਬਣਾਉਣਗੇ means a new house was constructed so A option गलत हो गया B question जो है साडा ठीक आ now move to the next sentence out of wood and next to the main hall she stayed there for 4 nights and apparently it was very luxurious but unfortunately it was destroyed a few years later by fire कुछ सालां बाद not before not at the time she was living कुछ सालों बाद फायर करके वो डैमेज हो गया सो सी ऑप्शन भी साडा इनकरैक्ट हो गया दिस इज द रीजन मैं थोनों पहले ही कहा सी कि बिफोर वर्ड ਨੂੰ ਅਸੀਂ ਮਾਰਕ ਕਰਨਾ ਕਿਉਂਕਿ ਇੱਕ ਟਾਈਮ ਸਪੈਨ ਸਾਨੂੰ ਦਿੱਤਾ ਹੋਇਆ ਇੱਕ ਪਾਰਟਿਕੂਲਰ ਈਅਰ ਦਿੱਤਾ ਹੋਇਆ ਸੋ ਬਿਫੋਰ ਕਿਹਾ ਗਿਆ ਬਟ ਇੱਥੇ ਕੀ ਹੈ ਕੁਝ ਸਾਲਾਂ ਬਾਅਦ ਜੋ ਹੈ ਫਾਇਰ ਨੇ ਉਹਨੂੰ ਡੈਮੇਜ ਕੀਤਾ ਸੀ ਨਾਟ ਬਿਫੋਰ ਨਹੀਂ ਤਾਂ ਅਸੀਂ ਬੀ ਐਂਡ ਸੀ ਆਪਸ਼ਨ ਦੇ ਵਿੱਚ ਕਨਫਿਊਜ਼ ਹੋ ਜਾਂਦੇ ਸੋ ਬੀ ਇਜ਼ ਦਾ ਕਰੈਕਟ ਆਨਸਰ ਨਿਊ ਹਾਊਸ ਵਾਸ ਕੰਸਟਰਕਟਡ And moving to the 12th question in 1982 the castle was sold to 1982 castle and sold then I see options ਦੇ ਵਿੱਚ government finance family entertainment company ਤਿੰਨ simple ਜਿਹੇ keywords ਹੈ ਜੋ answers ਦੇ ਵਿੱਚ ਅਸੀਂ ਦੇਖੇ ਆ now moving to the tape script ਜਿੱਥੇ ਅਸੀਂ ਇਹ particular words ਨੂੰ फाइंड आउट करना कि केड़ा आंसर करेक्ट है ध्यान रखना ईयर दा कैसल एंड सोल्ड इन the 17th century the castle belonged to the wealthy fancy family who enlarged it and made it more comfortable however by 1982 ਹੁਣ ਧਿਆਨ ਰੱਖਣਾ ਕਿ 17th century ਦੇ ਵਿੱਚ ਜਿਹੜਾ ਕੈਸਲ ਸੀ ਉਹ ਫੈਨਸ ਫੈਮਿਲੀ ਕੋਲ ਸੀ ਜਿਨ੍ਹਾਂ ਨੇ ਉਹਨੂੰ ਹੋਰ ਵੀ ਜ਼ਿਆਦਾ ਐਨਲਾਰਜ ਕੀਤਾ ਤੇ ਕੰਫਰਟੇਬਲ ਬਣਾਇਆ ਹਾਊਐਵਰ ਪਰ ਇਸ ਤੋਂ ਇਲਾਵਾ 1982 ਦੇ ਵਿੱਚ the Fanis family could no longer afford to maintain the castle ਉਹ ਇਹਨੂੰ ਹੁਣ ਅਫੋਰਡ ਨਹੀਂ ਕਰ ਸਕਦੇ ਸੀ ਇਹਦੀ ਮੇਨਟੇਨੈਂਸ ਨੂੰ even though they received government support ਹੁਣ ਫਰਸਟ ਆਨਸਰ ਜੋ ਹੈ ਉਹ ਫੈਨੇ ਫੈਮਿਲੀ ਕੋਲ ਵੀ ਨਹੀਂ ਰਿਹਾ 1982 ਦੇ ਵਿੱਚ ਗਵਰਨਮੈਂਟ ਦੀ ਜਿਹੜੀ ਸਪੋਰਟ ਸੀ ਉਹਨਾਂ ਨੂੰ ਮਿਲ ਰਹੀ ਸੀ ਬਟ ਗਵਰਨਮੈਂਟ ਨੂੰ ਸੋਲਡ ਆਊਟ ਹੋ ਗਿਆ ਸੀ ਇਹ ਵੀ ਨਹੀਂ ਕਿਹਾ ਐਂਡ ਦੇ ਪੁੱਟ ਇਟ ਔਨ ਦਾ ਮਾਰਕੀਟ ਮਤਲਬ ਉਹਨਾਂ ਨੇ ਇਹਨੂੰ ਵੇਚਣ ਲਈ ਲਾਤਾ It was eventually taken over by a company who owned a number of amusement parks and amusement means entertainment so simply एक entertainment company ने उन्हें खरीद लिया it was taken over it was taken by so किन्नू बेच दिता उन्होंने a company who owned a number of amusement parks but when we get there I think you will see that they have managed to retain the original atmosphere of the castle so जेड़ा साडा C answer है वो correct हो गया
ਇੱਕ ਐਂਟਰਟੇਨਮੈਂਟ ਕੰਪਨੀ ਨੇ ਉਹਨੂੰ ਓਨ ਕਰ ਲਿਆ। ਸੋ ਦਿਸ ਇਜ਼ ਹਾਊ ਅਸੀਂ 12th ਆਨਸਰ ਜੋ ਹੈ ਉਹਨੂੰ ਈਜ਼ੀਲੀ ਫਾਈਂਡ ਆਊਟ ਕੀਤਾ। So moving to the 13th question. In some of the rooms visitors can, some rooms and visitors ਸਾਡੇ keywords ਨੇ। then A option ਦੇ ਵਿੱਚ ਅਸੀਂ ਕੀਤਾ speak to experts and history, B ਦੇ ਵਿੱਚ ਰੱਖਿਆ ਹੋਇਆ interact with actors, C ਦੇ ਵਿੱਚ ਅਸੀਂ ਰੱਖਿਆ C models ਜਿਹੜੇ ਕਿ moving and talking। moving to the tape script to find the answer ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਨਸਰ ਨੂੰ ਬੋਲਿਆ ਸੀ। third paragraph, when you go inside you will find that in the state room, मतलब some of the rooms ਦੇ ਵਿੱਚੋਂ ਇੱਕ particular type ਹੈ state rooms, there were lifelike moving wax models, ਉੱਥੇ ਕੀ ਹੋਣਗੇ wax models ਹੋਣਗੇ ਜਿਹੜੇ move ਕਰਨਗੇ, dressed in costumes of different periods in the past, ਕੁਝ ਅਲੱਗ-ਅਲੱਗ ਜਗ੍ਹਾ ਦੇ ਜਿਹੜੇ ਹੋਣਗੇ ਉਹ ਪੀਰੀਅਡਸ ਨੂੰ ਦਿਖਾਉਣਗੇ, ਉਸ ਤਰੀਕੇ ਦੇ ਕੱਪੜੇ ਪਾਏ ਹੋਣਗੇ ਉਹਨਾਂ ਨੇ, which even carry on conversations together, ਜਿਹੜੇ ਕਿ ਗੱਲਾਂ ਕਰਨਗੇ, as well as that in every room there are booklets giving information about what the room was used for and the history of objects and furnitures it contains, ਚੀਜ਼ਾਂ ਦੀ and rooms ਬਾਰੇ history ਦੀ knowledge ਸਾਨੂੰ books ਤੋਂ ਮਿਲੂਗੀ, conversations ਹੈ ਜੋ ਉਹ ਆਪਸ ਦੇ ਵਿੱਚ ਕਰਨਗੇ, and ਅਸੀਂ ਕੀ ਦੇਖਾਂਗੇ ਉੱਥੇ state rooms ਦੇ ਵਿੱਚ lifelike moving wax models dressed in costumes of different periods of history या in the past. So this is the correct answer, means C is the answer, C models of historical figures moving and talking। then 14th answer जो है साडा question पहला पढ़ांगे सी in the castle park visitors can, so keywords की है साडे कोल castle park and visitors, options ਦੇ ਵਿੱਚ मैं रखिया 800-year-old tree, art exhibition and small zoo। ਇਹ ਤਿੰਨਾਂ ਨੂੰ ਅਸੀਂ ਪੜ੍ਹਨਾ ਹੈ, ਇਹਨਾਂ ਦੇ ਬਾਰੇ ਫਿਰ ਇਹਦੇ ਨਾਲ ਕੀ ਕਰਦੇ ਆ what exactly is going to be ਉਹ ਅਸੀਂ ਬਾਅਦ ਚ ਦੇਖਣਾ। moving to the passage, 4th paragraph, the castle parks quite extensive, at one time sheep were kept there and in the 19th century the owner had a little zoo with animals like rabbits and even a baby elephant। ਪਹਿਲਾਂ ਜਿਹੜਾ ਕੀ ਹੁੰਦਾ ਸੀ ਕੈਸਲ ਪਾਰਕ ਕਾਫੀ ਐਕਸਟੈਂਸਿਵ ਸੀ, ਦੈਨ ਇੱਕ ਟਾਈਮ ਹੁੰਦਾ ਸੀ ਕਿ ਉੱਥੇ ਸ਼ੀਪ ਰੱਖੀਆਂ ਹੁੰਦੀਆਂ ਸੀ, ਐਂਡ ਇਨ ਦ 19th ਸੈਂਚੁਰੀ ਉੱਥੇ ਇੱਕ ਛੋਟਾ ਜਿਹਾ ਜ਼ੂ ਬਣਿਆ ਹੋਇਆ ਸੀ, ਬਟ ਇਹ ਪਹਿਲਾਂ ਦੀ ਗੱਲ ਆ। ਨਾਊਅਡੇਜ਼ ਹੁਣ ਪ੍ਰੈਜ਼ੈਂਟਲੀ ਉੱਥੇ ਕੀ ਹੈ, the old zoo buildings are used for public displays of painting and sculpture। ਹੁਣ ਉਹਨਾਂ ਨੇ painting and sculpture ਨੂੰ ਕੀ ਕੀਤਾ question ਦੇ according paraphrase ਕੀਤਾ। B option ਦੇਖੋ ਉਹਦੇ ਵਿੱਚ ਲਿਖਿਆ ਹੋਇਆ art exhibition, and passage ਦੇ ਵਿੱਚ ਆਓ ਉੱਥੇ ਲਿਖਿਆ ਹੋਇਆ public displays of paintings and sculpture which is related to art। ਉਸ ਤੋਂ ਬਾਅਦ ਉਹਨਾਂ ਨੇ ਕਿਹਾ the park also has some beautiful trees, though the oldest of all, which dated back 800 years, was sadly blown down in 1987। ਉਹ presently ਉੱਥੇ ਨਹੀਂ ਆ, ਉਹ fall down ਹੋ ਚੁੱਕਿਆ, blow down ਹੋ ਚੁੱਕਿਆ, ਤੁਸੀਂ ਹੁਣ ਨਹੀਂ ਦੇਖੋਗੇ। So the correct answer will be public displays, मतलब art exhibition जो है ਉੱਥੇ you can see। For the question 15th, it is at the end of the visit the group will have, end of the visit ਅਸੀਂ mark ਕੀਤਾ and group mark ਕੀਤਾ। then 3 options ਨੇ ਸਾਡੇ ਕੋਲ A, B and C। A ਦੇ ਵਿੱਚ ਕੀ ਹੈ afternoon tea mark ਕੀਤਾ ਅਸੀਂ, B ਦੇ ਵਿੱਚ chance to meet and C ਦੇ ਵਿੱਚ a photograph। ਫਿਰ ਇਹਦੇ ਨਾਲ ਕੀ action perform ਹੋਏਗਾ ਉਹ ਬਾਅਦ ਦੀ ਗੱਲ ਆ। so first of all ਇਹ ਜੋ 3 keywords ਨੇ ਤੁਸੀਂ mainly ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ when you will be listening to the audio। again मैं एक बार फिर तो दसूंगी end of the visit, group, afternoon tea, chance to meet and a photograph। moving to the tape script, in the last passage we are going to read now
You are free to wander around on your own until 4:30, but then at the end of our visit, means at the end of the day, we'll all meet together at the bottom of the great staircase. ਸਾਰੇ ਉੱਥੇ ਇਕੱਠੇ ਹੋਣਗੇ but ਕੁਝ ਕਰਨਗੇ ਨਹੀਂ. Then we will then go to the long gallery where there is a wonderful collection of photographs. Gallery ਦੇ ਵਿੱਚ photographs ਹੋਣਗੀਆਂ showing the family who owned the castle 100 years ago. ਉਹਨਾਂ ਨਾਲ ਮਿਲਣ ਦਾ ਚਾਂਸ ਨਹੀਂ ਹੈ ਤੁਹਾਨੂੰ, ਉਹਨਾਂ ਦੀਆਂ photographs ਦੇਖਣ ਦਾ ਚਾਂਸ ਹੈ. Then having tea and cakes in the conservatory, and we will then take you to the same place where afternoon tea will be served to you. मतलब ਤੁਹਾਨੂੰ ਸ਼ਾਮ ਨੂੰ ਕੀ ਮਿਲੇਗੀ, afternoon tea ਮਿਲੇਗੀ, ਕਿਉਂਕਿ ਉੱਪਰ ਲਿਖਿਆ ਹੋਇਆ ਹੈ tea and cakes in the conservatory, so afternoon tea will be served maybe in the conservatory. ਇਹ ਚੀਜ਼ ਤੁਸੀਂ ਸੁਣਨੀ ਹੈ, ਉਹਨਾਂ ਨੇ ਕਿਹਾ at the same place, so ਇਹੀ ਤੁਹਾਡਾ ਆਨਸਰ ਹੋਏਗਾ ਜੋ ਕਿ ਤੁਹਾਡਾ ਇਹ ਆਪਸ਼ਨ ਬਣੇਗਾ, ਆਫਟਰਨੂਨ ਟੀ ਇਨ ਦਾ ਕੰਜ਼ਰਵੇਟਰੀ, ਕਿਉਂਕਿ ਉਹਨਾਂ ਨੇ ਚਾਂਸ ਟੂ ਮੀਟ ਕੈਸਲ ਓਨਰਸ ਨਹੀਂ ਆ, ਉਹਨਾਂ ਦੀਆਂ ਫੋਟੋਗ੍ਰਾਫਸ ਹੋਣਗੀਆਂ ਤੇ ਸਾਰੇ ਇਕੱਠੇ ਕਿੱਥੇ ਹੋਣਗੇ, ਉਹ ਹੋਣਗੇ ਗ੍ਰੇਟ ਸਟੇਅਰਕੇਸ ਤੇ ਉੱਥੇ ਕੋਈ ਫੋਟੋਗ੍ਰਾਫ ਨਹੀਂ ਹੋਏਗੀ ਇਕੱਠਿਆਂ ਦੀ. ਸੋ A is the correct answer for the 15th question. So using this strategy, you can find out the most suitable and of course the correct answer for such questions. Always keep in mind ਕਿ ਤੁਸੀਂ ਜਿਹੜੇ ਵੀ keywords mark ਕਰ ਰਹੇ ਹੋ ਉਹਨਾਂ ਨੂੰ ਧਿਆਨ 'ਚ ਰੱਖੋ ਆਪਣੇ, ਤਾਂ ਕਿ ਜਦੋਂ ਤੁਸੀਂ ਸੁਣ ਰਹੇ ਹੋ ਉਹ ਤੁਹਾਡੇ ਮਾਈਂਡ ਸਟ੍ਰਾਈਕ ਕਰਨ ਐਂਡ ਤੁਸੀਂ correct answer ਨੂੰ catch up ਕਰ ਲਓ. So this is the video which could help you out in doing this confusing questions and of course the long ones. Use these strategies in your practice to get all the answers correct. Thank you for watching this video. Subscribe to my channel if you are new. Keep watching the videos, get the desired band scores. Thank you.